100 ਵਿੱਚੋਂ 10 ਲੋਕ ਮੇਰੇ ਕੋਲ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਸਟੀਰਾਇਡ ਕਾਰਨ ਨਾਮਰਦ ਹੋ ਚੁੱਕੇ ਹੁੰਦੇ ਆ। ਸਟੀਰਾਇਡ ਛੱਡਣ ਦੇ 3 ਮਹੀਨੇ ਤੱਕ ਇੱਕ ਜੋ ਮਰਦ ਦਾ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹੁੰਦਾ। ਸਹੀ ਤਰੀਕੇ ਨਾਲ ਡਾਕਟਰ ਦੀ ਸਲਾਹ ਨਾਲ ਇਸਤੇਮਾਲ ਕਰਦੇ ਆ ਤਾਂ ਇਹ ਬਹੁਤ ਹੀ ਅਸਰਦਾਰ ਦਵਾਈ ਆ ਤੇ ਵਿਗਿਆਨ ਦਾ ਇੱਕ ਵਰਦਾਨ ਆ ਸਾਡੇ ਲਈ। ਜਦੋਂ ਵੀ ਤੁਸੀਂ ਬਾਹਰ ਤੋਂ ਸਟੀਰਾਇਡ ਲੈਂਦੇ ਆ ਤਾਂ ਤੁਹਾਡਾ ਜੋ ਅੰਦਰ ਸਟੀਰਾਇਡ ਆ ਤੁਰੰਤ ਬਣਨਾ ਬੰਦ ਹੋ ਜਾਂਦਾ। ਵਾਸ਼ ਨਾਂ ਦੀ ਕੋਈ ਵੀ ਚੀਜ਼ ਦੁਨੀਆ ਵਿੱਚ ਮੌਜੂਦ ਨਹੀਂ ਹੈ, ਅਜਿਹਾ ਕੋਈ ਵੀ ਟੈਕਨੀਕ ਨਹੀਂ ਗੀ। ਜੇ ਉਸ ਨੂੰ ਸਹੀ ਸਮੇਂ ਤੇ ਸਟੀਰਾਇਡ ਦਿੱਤਾ ਜਾਵੇ ਡਾਕਟਰ ਦੀ ਸਲਾਹ ਨਾਲ ਤਾਂ ਇਹ ਉਸ ਲਈ ਜੀਵਨ ਦਾ ਹੀ ਹੋ ਨਿਬੜਦਾ। ਉਹ ਪੂਰੀ ਤਰ੍ਹਾਂ ਵਿਕਸਿਤ ਮਰਦ ਬਣ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਜੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਸਮਾਜ ਦੇ ਵਿੱਚ ਜਿਹੜੀ ਸਾਡੀ ਸਿਹਤ ਆ ਉਹ ਇੱਕ ਬੜਾ ਵੱਡਾ ਮੁੱਦਾ ਵੀ ਕਹਿ ਸਕਦੇ ਹਾਂ। ਪਰ ਜੇ ਅਸੀਂ ਮੁੱਦੇ ਤੋਂ ਹਟ ਕੇ ਗੱਲ ਕਰੀਏ, ਸਿਹਤ ਨੂੰ ਤੁਸੀਂ ਚੰਗੀ ਤਰ੍ਹਾਂ ਸੁਰੱਖਿਅਤ ਕਿਵੇਂ ਰੱਖਣਾ ਗਾ, ਇਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹਾਂ। ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਾਂਗੇ ਅੱਜ ਇੱਕ ਲੜੀ ਤੋੜਨ ਦੀ, ਵੀ ਸਿਹਤ ਦੀਆਂ ਗੱਲਾਂ ਕਰੀਏ। ਅੱਜ ਦੀ ਜਿਹੜੀ ਨੌਜਵਾਨੀ ਆ ਉਹ ਜਿਮ ਜਾਂਦੀ ਆ, ਆਪਦੀ ਵਧੀਆ ਬੋਡੀ ਬਣਾ ਕੇ ਰੱਖਦੇ ਆ, ਮੇਨਟੇਨ ਕਰਕੇ ਰੱਖਦੇ ਆ, ਫਿਟਨੈਸ ਪ੍ਰਤੀ ਬੜੇ ਜਾਗਰੂਕ ਨੇ। ਪਰ ਉੱਥੇ ਇੱਕ ਸ਼ਬਦ ਆ ਜਾਂਦਾ ਗਾ ਸਟੀਰੋਇਡ। ਅੱਜ ਜਿਹੜੀ ਇਹ ਮੁਲਾਕਾਤ ਹੋਊਗੀ 15-20 ਮਿੰਟ ਦੀ, ਇਹਦੇ ਵਿੱਚ ਅਸੀਂ ਸਟੀਰੋਇਡ ਬਾਰੇ ਹੀ ਗੱਲਬਾਤ ਕਰਾਂਗੇ ਕਿ ਵਾਕਿਆ ਦੇ ਵਿੱਚ ਸਟੀਰੋਇਡ ਦੇ ਗੁਣ ਨੇ ਜਾਂ ਫਿਰ ਜਿਵੇਂ ਕਿਹਾ ਜਾਂਦਾ ਗਾ ਵੀ ਸਟੀਰੋਇਡ ਸਰੀਰ ਦੇ ਲਈ ਬੜੇ ਹਾਨੀਕਾਰਕ ਨੇ, ਕਿ ਵਾਕਿਆ ਦੇ ਵਿੱਚ ਇਹ ਹਾਨੀਕਾਰਕ ਨੇ। ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਰਹਿਣਗੇ ਹੈਲਥ ਗੁਰੂ ਗੁਰਪ੍ਰੀਤ ਮੱਲੀ ਜੀ। ਮੱਲੀ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਬਾਈ ਜੀ। ਜੀ ਮੱਲੀ ਜੀ, ਸਭ ਤੋਂ ਪਹਿਲਾਂ ਤਾਂ ਜੇ ਅਸੀਂ ਸਟੀਰੋਇਡ ਦੀ ਗੱਲ ਕਰੀਏ, ਪਹਿਲਾ ਪ੍ਰਸ਼ਨ ਮੇਰਾ ਇਹ ਹੋਊ ਵੀ ਸਟੀਰੋਇਡ ਕੀ ਹੈ? ਹਾਂਜੀ, ਸਟੀਰਾਇਡ ਇੱਕ ਦਵਾਈਆਂ ਦਾ ਗਰੁੱਪ ਆ ਜੀ। ਜਿਵੇਂ ਕਿ ਕੁਛ ਦਵਾਈਆਂ ਹੁੰਦੀਆਂ ਐਂਟੀ ਇਨਫਲਾਮੇਟਰੀ, ਕੁਛ ਦਵਾਈਆਂ ਹੁੰਦੀਆਂ ਐਂਟੀਬਾਇਓਟਿਕ। ਉਸੇ ਤਰ੍ਹਾਂ ਇਹ ਦਵਾਈਆਂ ਦਾ ਇੱਕ ਗਰੁੱਪ ਹੈ ਜਿਹਨੂੰ ਸਟੀਰਾਇਡ ਕਹਿ ਦਿੰਦੇ ਆ ਜੀ। ਇਹ ਇੱਕ ਤਰ੍ਹਾਂ ਸਾਡੇ ਅੰਦਰ ਜੋ ਕੁਦਰਤੀ ਤੌਰ ਤੇ ਪੈਦਾ ਹੁੰਦਾ ਇੱਕ ਹਾਰਮੋਨ ਹੁੰਦਾ ਟੈਸਟੋਸਟੀਰਨ, ਉਹਦੀ ਨਕਲ ਹੁੰਦੀ ਹੈ ਜੀ। ਟੈਸਟੋਸਟੀਰਨ ਆ ਜੋ ਕੁਦਰਤੀ, ਉਸ ਨੂੰ ਸਾਡਾ ਸਰੀਰ ਖੁਦ ਬਣਾਉਂਦਾ ਤੇ ਪਰ ਜੋ ਬਨਾਵਟੀ ਟੈਸਟੋਸਟੀਰਨ ਆ ਯਾਨੀ ਸਟੀਰਾਇਡ, ਇਸ ਨੂੰ ਲੈਬ ਵਿੱਚ ਮਨੁੱਖ ਦੁਆਰਾ ਤਿਆਰ ਕੀਤਾ ਜਾਂਦਾ ਤੇ ਉਸ ਨੂੰ ਅਸੀਂ ਆਮ ਭਾਸ਼ਾ ਵਿੱਚ ਸਟੀਰਾਇਡ ਕਹਿ ਦਿੱਤਾ ਜਾਂਦਾ। ਹੋਰ ਜ਼ਿਆਦਾ ਵਧੀਆ ਕਹੀਏ ਤਾਂ ਐਨਾਬੋਲਿਕ ਸਟੀਰਾਇਡ, ਕਿਉਂਕਿ ਕੈਟਾਬੋਲਿਕ ਸਟੀਰਾਇਡ ਆ ਜਿਹੜੇ ਉਹ ਹੋਰ ਚੀਜ਼ ਆ, ਉਹ ਸਰੀਰ ਨੂੰ ਖੋਰਦੇ ਆ। ਜੋ ਐਨਾਬੋਲਿਕ ਸਟੀਰਾਇਡ ਆ ਉਹ ਸਰੀਰ ਨੂੰ ਬਣਾਉਂਦੇ ਆ। ਤੇ ਜੇ ਆਪਾਂ ਗੱਲ ਕਰੀਏ ਵੀ ਸਟੀਰੋਇਡ ਦੇ ਗੁਣ ਕੀ ਨੇ? ਹਾਂਜੀ, ਸਟੀਰਾਇਡ ਬੜੀ ਅਸਰਦਾਰ ਦਵਾਈ ਆ। ਇੱਕ ਬਿਮਾਰੀ ਹੁੰਦੀ ਹੈ ਜਾਂ ਸਿੰਡਰਮ ਹੁੰਦਾ ਕਲਾਈਨਫਿਲਟਰ ਸਿੰਡਰਮ, ਜਿਸ ਵਿੱਚ ਕਿਸੇ ਵੀ ਲੜਕੇ ਦੇ ਹੁੰਦਾ, ਚਾਹੇ ਉਹ ਮੇਲ ਆ, ਪਰ ਉਸ ਦੇ ਜੋ ਟੈਸਟੀਕਲ ਆ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਉਂਦੇ। ਤਾਂ ਉਹ ਲੜਕਾ ਜੋ ਉਸ ਦੇ ਜੋ ਜਨਨ ਅੰਗ ਹੁੰਦੇ ਆ ਉਹ ਪੂਰੀ ਤਰ੍ਹਾਂ ਬਹੁਤ ਹੀ ਅਵਿਕਸਿਤ ਰਹਿ ਜਾਂਦੇ ਆ, ਪਰ ਉਹ ਲੜਕੀ ਵੀ ਨਹੀਂ ਰਹਿੰਦਾ, ਲੜਕਾ ਵੀ ਨਹੀਂ ਰਹਿੰਦਾ। ਜੇ ਉਸ ਨੂੰ ਸਹੀ ਸਮੇਂ ਤੇ ਸਟੀਰਾਇਡ ਦਿੱਤਾ ਜਾਵੇ ਡਾਕਟਰ ਦੀ ਸਲਾਹ ਨਾਲ ਤਾਂ ਇਹ ਉਸ ਲਈ ਜੀਵਨ ਦਾ ਹੀ ਹੋ ਨਿਬੜਦਾ। ਉਹ ਪੂਰੀ ਤਰ੍ਹਾਂ ਵਿਕਸਿਤ ਮਰਦ ਬਣ ਜਾਂਦਾ। ਇਸ ਤੋਂ ਇਲਾਵਾ ਬੁਢਾਪੇ ਵਿੱਚ ਟੈਸਟੋਸਟੀਰਨ ਘਟਣ ਤੇ ਜੋ ਸਾਡਾ ਕੁਦਰਤੀ ਸਟੀਰਾਇਡ ਆ ਜੋ ਸਾਡੇ ਸਰੀਰ ਅੰਦਰ, ਉਹ ਘਟਣ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਇਸ ਤਰ੍ਹਾਂ ਜੇ ਜ਼ਰੂਰਤ ਅਨੁਸਾਰ ਕਿਸੇ ਬਜ਼ੁਰਗ ਨੂੰ ਸਟੀਰਾਇਡ, ਬਨਾਵਟੀ ਸਟੀਰਾਇਡ, ਟੀਕਿਆਂ ਵਾਲਾ ਸਟੀਰਾਇਡ ਦਿੱਤਾ ਜਾਂਦਾ ਤਾਂ ਉਸ ਦੀ ਜ਼ਿੰਦਗੀ, ਉਸ ਦੀ ਉਮਰ ਵੀ ਵੱਧ ਸਕਦੀ ਹੈ ਅਤੇ ਉਸ ਦਾ ਜੋ ਬੁਢਾਪਾ ਬਹੁਤ ਹੀ ਸਿਹਤਮੰਦ ਅਤੇ ਸੁਖਦ ਬਣ ਸਕਦਾ। ਤੁਹਾਨੂੰ ਲੱਗਦਾ ਵੀ ਜਿਹੜੇ ਨੌਜਵਾਨ ਅੱਜ ਕੱਲ੍ਹ ਜਿਮ ਜਾਂਦੇ ਨੇ, ਬੜਾ ਇਹ ਵੀ ਪ੍ਰਚਲਿਤ ਕੀਤਾ ਜਾਂਦਾ ਵੀ ਸਟੀਰੋਇਡ ਜੇ ਜ਼ਿਆਦਾ ਲੈ ਲਿਆ ਤਾਂ ਇਹਦੇ ਨੁਕਸਾਨ ਹੋਣਗੇ, ਇਹਦਾ ਫੰਡਾ ਥੋੜ੍ਹਾ ਜਿਹਾ ਕਲੀਅਰ ਕਰੋ ਦੇਸੀ ਜੀ ਭਾਸ਼ਾ 'ਚ। ਬਿਲਕੁਲ, ਜੇ ਤੁਸੀਂ ਜ਼ਰੂਰਤ ਤੋਂ ਬਿਨਾਂ ਕੋਈ ਚੀਜ਼ ਲੈਂਦੇ ਆ ਤਾਂ ਉਹ ਹਮੇਸ਼ਾ ਨੁਕਸਾਨ ਕਰਦੀ ਹੈ। ਜਿਵੇਂ ਕਿ ਮੈਂ ਅਕਸਰ ਉਦਾਹਰਨ ਦਿੰਦਾ ਕਿ ਕਿਸੇ ਮਨੁੱਖ ਨੂੰ 4 ਲੋਕ ਜ਼ਬਰਦਸਤੀ ਫੜਦੇ ਆ, ਉਸ ਨੂੰ ਬੇਹੋਸ਼ ਕਰਦੇ ਆ ਤੇ ਉਸ ਦੀ ਛਾਤੀ ਨੂੰ ਚੀਰ ਕੇ ਉਸ ਦਾ ਦਿਲ ਬਾਹਰ ਕੱਢ ਲੈਂਦੇ ਆ, ਤਾਂ ਤੁਹਾਡੇ ਖਿਆਲ ਵਿੱਚ ਉਸ ਬੰਦੇ ਦੀ ਜੋ ਮੌਤ ਹੈ ਉਹ ਤੈਅ ਹੋਵੇਗੀ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਉਹ ਜੋ ਜਿਨ੍ਹਾਂ ਨੇ ਉਸ ਦੀ ਛਾਤੀ ਨੂੰ ਚੀਰਿਆ ਉਹ ਅਸਲ ਵਿੱਚ ਦਿਲ ਦੇ ਡਾਕਟਰ ਆ।
ਤਾਂ ਉਹਨਾਂ ਨੇ ਉਸ ਦਾ ਆਪਰੇਸ਼ਨ ਕੀਤਾ, ਉਸ ਦੀ ਜ਼ਿੰਦਗੀ, ਉਸ ਨੂੰ ਜ਼ਿੰਦਗੀ ਪ੍ਰਦਾਨ ਕੀਤੀ। ਜੇ ਉਹ ਆਪਰੇਸ਼ਨ ਨਾ ਕਰਦੇ ਤਾਂ ਉਸ ਬੰਦੇ ਦੀ ਮੌਤ ਤੈਅ ਸੀ। ਇਸੇ ਤਰ੍ਹਾਂ ਸਟੀਰਾਇਡ ਆ, ਜੇ ਤੁਸੀਂ ਸਹੀ ਢੰਗ ਨਾਲ, ਸਹੀ ਤਰੀਕੇ ਨਾਲ, ਡਾਕਟਰ ਦੀ ਸਲਾਹ ਨਾਲ ਇਸਤੇਮਾਲ ਕਰਦੇ ਆ ਤਾਂ ਇਹ ਬਹੁਤ ਹੀ ਅਸਰਦਾਰ ਦਵਾਈ ਹੈ ਤੇ ਵਿਗਿਆਨ ਦਾ ਇੱਕ ਵਰਦਾਨ ਆ ਸਾਡੇ ਲਈ। ਤੇ ਜੇ ਉਹੀ ਚਾਕੂ ਛੁਰੀਆਂ ਅਸੀਂ ਇਸਤੇਮਾਲ ਕਰੀਏ ਤੇ ਕਿਸੇ ਦੀ ਛਾਤੀ ਚੀਰੀਏ, ਦਿਲ ਬਾਹਰ ਕੱਢ ਲਈਏ ਤੇ ਉਸ ਦੀ ਜਿਵੇਂ ਮੌਤ ਤੈਅ ਆ, ਉਸੇ ਤਰ੍ਹਾਂ ਸਟੀਰਾਇਡ ਨਾਲ ਜੇ ਇਸ ਨੂੰ ਗਲਤ ਢੰਗ ਨਾਲ ਬਿਨਾਂ ਕਿਸੇ ਮਾਹਰ ਦੀ ਸਲਾਹ ਦੇ ਲਿਆ ਜਾਂਦਾ ਤਾਂ ਬਹੁਤ ਹੀ ਖਤਰਨਾਕ ਸਿੱਟੇ ਨਿਕਲਦੇ ਆ। ਜਿਵੇਂ ਗੁਰਪ੍ਰੀਤ ਬਾਈ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਇਨਸਾਨ ਜ਼ਿਆਦਾ ਸਟੀਰੋਇਡ ਲੈਂਦੇ ਜਵਾਨੀ 'ਚ ਤੇ ਬੁਢੇਪੇ ਦੇ ਵਿੱਚ ਬੜੇ ਨੁਕਸਾਨ ਹੁੰਦੇ ਆ, ਜਾਂ ਜਦੋਂ ਉਹ ਕੀ ਕਹਿੰਦੇ ਔਲਾਦ ਤੋਂ ਕਈ ਲੋਕ ਵਾਂਝੇ ਰਹਿ ਜਾਂਦੇ ਆ ਜਾਂ ਔਲਾਦ ਠੀਕ ਨਹੀਂ ਪੈਦਾ ਹੁੰਦੀ, ਇਹ ਚੀਜ਼ਾਂ ਸੱਚ ਨੇ? ਬਿਨਾਂ ਸ਼ੱਕ। ਜਿਵੇਂ ਕਿ ਮੈਂ ਅਕਸਰ ਕਹਿਣਾ ਕਿ ਜੇ ਤੁਸੀਂ ਸਟੀਰਾਇਡ ਲੈਣਾ ਚਾਹੁੰਦੇ ਆ ਤਾਂ ਕਿਸੇ ਮਾਹਰ ਦੇ ਅੰਡਰ ਲਓ ਜੀ, ਜਿਸ ਨਾਲ ਕਿ ਉਸ ਦੇ ਜਿੰਨਾ ਕੁ ਹੋ ਸਕੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਪਰ ਇਹ ਜੋ ਬੁਰਾ ਪ੍ਰਭਾਵ ਹੈ ਕਿ ਬੱਚਾ ਪੈਦਾ ਕਰਨ ਦੇ ਕਾਬਲ ਨਾ ਰਹਿਣਾ, ਇਸ ਤੋਂ ਕਿਸੇ ਵੀ ਹਿਸਾਬ ਨਾਲ ਬਚਿਆ ਨਹੀਂ ਜਾ ਸਕਦਾ। ਜੇ ਤੁਸੀਂ ਸਟੀਰਾਇਡ ਲੈਣੇ ਆ ਤਾਂ ਘੱਟ ਤੋਂ ਘੱਟ 3 ਮਹੀਨੇ, ਸਟੀਰਾਇਡ ਛੱਡਣ ਦੇ 3 ਮਹੀਨੇ ਤੱਕ ਇੱਕ ਜੋ ਮਰਦ ਆ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦੇ ਕੁਝ ਸਾਈਡ ਇਫੈਕਟ ਆ ਜਿਨ੍ਹਾਂ ਤੋਂ ਬਚਣਾ ਅਸੰਭਵ ਹੈ। ਤੇ ਗੁਣ, ਜੇ ਗੁਣ ਹੈ ਪਰ ਸਾਨੂੰ ਉਹਨਾਂ ਦਾ ਜੋ ਤੁਲਨਾ ਕਰਨੀ ਪਏਗੀ ਕਿ ਕਿੰਨੇ ਗੁਣ ਆ, ਸਹੀ ਢੰਗ ਨਾਲ ਵਰਤੀਏ ਤਾਂ ਕਿੰਨੇ ਨੁਕਸਾਨ ਆ। ਤਾਂ ਜੇ ਤੁਸੀਂ ਉਹ ਨੁਕਸਾਨ ਸਹਿ ਸਕਦੇ ਹੋ ਤਾਂ ਤੁਸੀਂ ਸਟੀਰਾਇਡ ਲੈ ਸਕਦੇ ਹੋ ਜੀ। ਜੇ ਤੁਹਾਡੀ ਗੱਲ ਕਰਦੇ ਹਾਂ, ਤੁਹਾਡੇ ਕੋਲੇ ਜਿਹੜੇ ਨੌਜਵਾਨ, ਤੁਸੀਂ ਆਨਲਾਈਨ ਕਲਾਸਾਂ ਵੀ ਦਿੰਦੇ ਹੋ ਹੈਲਥ ਰਿਗਾਰਡਿੰਗ ਜੀ, ਸਟੀਰੋਇਡ ਬਾਰੇ ਕਿੰਨਾ ਕੁ ਜਾਗਰੂਕ ਕਰਦੇ ਹੋ ਜਾਂ ਕਿੰਨਾ ਕੁ ਜਿਹੜੇ ਲੋਕ ਆ ਤੁਹਾਡੇ ਤੋਂ ਪੁੱਛਦੇ ਆ ਵੀ ਅਸੀਂ ਸਟੀਰੋਇਡ ਲਈਏ, ਤੁਸੀਂ ਕਹਿੰਦੇ ਹੋ ਵੀ ਲਓ ਜਾਂ ਇੰਨੇ ਕੁ ਲਓ, ਕਿਵੇਂ? ਹਾਂ, ਮੈਂ ਉਹਨਾਂ ਨੂੰ ਪਹਿਲਾਂ ਮੇਰਾ ਜਦੋਂ ਵੀ ਮੈਨੂੰ ਕੋਈ ਕਾਲ ਕਰਦਾ ਤਾਂ ਮੈਂ ਉਹਨੂੰ ਕਹਿਣਾ ਕਿ ਜੋ ਮੈਂ ਹੁਣ ਤੁਹਾਨੂੰ ਅੱਗੇ ਦੱਸ ਰਿਹਾ ਤਾਂ ਮੇਰੀ ਆਵਾਜ਼ ਨੂੰ ਰਿਕਾਰਡ ਕਰ ਲਓ ਤਾਂ ਕਿ ਤੁਹਾਨੂੰ ਬਾਅਦ ਵਿੱਚ ਤੁਸੀਂ ਮੈਨੂੰ ਕਹਿ ਸਕੋ ਕਿ ਤੇਰੀਆਂ ਇੰਨੀਆਂ ਗੱਲਾਂ ਝੂਠੀਆਂ, ਇੰਨੀਆਂ ਸੱਚੀਆਂ ਨਿਕਲੀਆਂ। ਤਾਂ ਮੈਂ ਜੋ ਪਹਿਲੀ ਗੱਲ ਕਹਿਣਾ ਉਹ ਇਹ ਹੁੰਦੀ ਆ ਕਿ 1 ਮਹੀਨੇ ਦੇ ਅੰਦਰ ਤੁਹਾਨੂੰ ਤੁਹਾਡੀ ਜਿਮ ਵਿੱਚ ਜੋ ਆਸ-ਪਾਸ ਦੇ ਲੋਕ ਆ ਉਹ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਣਗੇ ਕਿ ਤੂੰ ਸਟੀਰਾਇਡ ਲਿਆ ਬਿਨਾਂ ਸਟੀਰਾਇਡ ਤੋਂ। ਤੇ ਦੂਸਰੇ ਨੰਬਰ ਤੇ ਮੈਂ ਉਹਨਾਂ ਨੂੰ ਕਹਿਣਾ, ਜੇ ਤੁਸੀਂ ਉਸ ਲੈਵਲ ਤੇ ਜਾਣਾ ਚਾਹੁੰਦੇ ਹੋ ਜਿੱਥੇ ਕਿ ਸਟੀਰਾਇਡ ਜ਼ਰੂਰੀ ਹੋ ਜਾਂਦਾ ਤਾਂ ਮੈਂ ਉਸ ਵਿੱਚ ਵੀ ਤੁਹਾਡੀ ਹੈਲਪ ਕਰੂੰਗਾ। ਮੇਰੀ ਸਟੀਰਾਇਡ ਬਾਰੇ ਪੂਰੀ ਰਿਸਰਚ ਆ। ਪਰ ਇਸ ਦੇ ਆ ਨੁਕਸਾਨ ਆ, ਜੇ ਤੁਸੀਂ ਇਹ ਨੁਕਸਾਨ ਸਹਿਣ ਦੇ ਕਾਬਲ ਹੋ, ਹਿੰਮਤ ਹੈ ਨਹੀਂ, ਤਾਂ ਤੁਸੀਂ ਸਟੀਰਾਇਡ ਲੈ ਸਕਦੇ ਹੋ। ਪਰ ਇੱਕ ਚੀਜ਼ ਯਾਦ ਰੱਖੋ ਕਿ ਜਿੰਨਾ ਤੁਸੀਂ ਸੋਚਦੇ ਆ ਤੁਹਾਨੂੰ ਸਟੀਰਾਇਡ ਅਸਰ ਕਰੂ, ਅਸਲ ਵਿੱਚ ਸਟੀਰਾਇਡ ਉਸ ਤੋਂ 80-90% ਘੱਟ ਹੀ ਅਸਰਦਾਰ ਹੁੰਦਾ, ਬਾਕੀ ਸਾਡਾ ਵਹਿਮ ਹੁੰਦਾ। ਇਹਦਾ ਕਾਰਨ ਕੀ? ਇਸ ਤਰ੍ਹਾਂ ਕਿਉਂਕਿ ਜਿਵੇਂ ਕਿ ਪਿਛਲੇ ਦਿਨੀ ਮੈਂ ਆਪਣੇ ਪੇਜ ਤੇ ਇੱਕ ਵੀਡੀਓ ਵੀ ਪਾਈ ਸੀ ਤੇ ਮੈਂ ਥੋੜਾ ਉਸੇ ਵਿਸ਼ੇ ਥੋੜਾ ਜਿਹਾ ਹੋਰ ਅੱਜ ਵੀ ਗੱਲ ਕਰਦਾ ਕਿ ਬਾਡੀ 3 ਪ੍ਰਕਾਰ ਦੀ ਹੁੰਦੀ ਆ। ਜਿਵੇਂ ਕਿ ਇੱਕ ਮੇਰੀ ਬਾਡੀ, ਇੱਕ ਬਾਈ ਰਤਨਦੀਪ ਦੀ ਬਾਡੀ। ਇਹ ਮੇਰੀ ਬਾਡੀ ਥੋੜੇ ਮੋਟਾਪੇ 'ਚ ਆ ਜਾਂਦੀ ਹੈ, ਬਾਈ ਰਤਨਦੀਪ ਦੀ ਬਾਡੀ ਇਕਟੋਮੋਰਫਿਕ ਕਵਾਂਗੇ, ਜੋ ਕਮਜ਼ੋਰ ਬਾਡੀ ਹੁੰਦੀ ਹੈ। ਤੇ ਇੱਕ ਤੀਜੇ ਟਾਈਪ ਦੀ ਬਾਡੀ ਹੁੰਦੀ ਆ ਜਿਹੜੇ ਜਿਮ ਜਾਣ ਤੋਂ ਬਿਨਾਂ ਵੀ ਬਾਡੀ ਬਿਲਡਰ ਦਿਸਦੇ ਹੁੰਦੇ ਆ। ਤਾਂ ਅਸੀਂ ਜੇ ਇੱਕੋ ਸਟੀਰਾਇਡ ਦਾ ਟੀਕਾ ਇੱਕੋ ਜਿੰਨੀ ਮਾਤਰਾ ਵਿੱਚ ਤਿੰਨੇ ਜਾਣੇ ਲੈਂਦੇ ਆ ਤਾਂ ਸਭ ਤੋਂ ਘੱਟ ਅਸਰ ਉਹ ਸਟੀਰਾਇਡ ਦਾ ਬਾਈ ਰਤਨਦੀਪ ਤੇ ਹੋਊ। ਸਿਰਫ 1 ਜਾਂ 2 ਕਿਲੋ ਤੁਸੀਂ ਕਹਿ ਸਕਦੇ ਆ, ਇੱਕ ਮਿਸਾਲ ਦੇ ਤੌਰ ਤੇ ਮਹੀਨੇ 'ਚ ਵਜਨ ਵਧੂ, ਮੇਰਾ ਜ਼ਿਆਦਾ ਵਜਨ ਵਧੂ ਪਰ ਮੈਂ ਹੋਰ ਜ਼ਿਆਦਾ ਮੋਟਾ ਲੱਗਣ ਲੱਗੂੰਗਾ। ਤੀਸਰਾ ਜੋ ਮਨੁੱਖ ਜੋ ਪਹਿਲਾਂ ਹੀ ਬਹੁਤ ਵਧੀਆ ਕਟਿੰਗ ਵਾਲੀ ਲੀਨ ਬਾਡੀ ਆ, ਉਸ ਉੱਪਰ ਉਹੀ ਜੋ ਸਟੀਰਾਇਡ ਆ ਦੁੱਗਣਾ ਤਿੱਗਣਾ ਅਸਰ ਕਰੂ। ਤਾਂ ਜਦੋਂ ਵੀ ਕੋਈ ਨੌਜਵਾਨ ਉਸ ਬੰਦੇ ਨੂੰ ਦੇਖੂ ਤਾਂ ਉਸ ਨੂੰ ਲੱਗੂ ਕਿ ਸਟੀਰਾਇਡ ਤਾਂ ਜਾਦੂ ਦੀ ਤਰ੍ਹਾਂ ਅਸਰ ਕਰਦਾ। ਤੇ ਕਈ ਵਾਰੀ ਇਹ ਵਹਿਮ ਵੀ ਹੋ ਜਾਂਦਾ ਕਿ ਲੋਕਾਂ ਨੂੰ ਲੱਗਦਾ ਬਹੁਤ ਦੁੱਗਣਾ ਤਿੱਗਣਾ ਸਟੀਰਾਇਡ ਲੈ ਰਿਹਾ ਤਾਂ ਇੰਨਾ ਜੋ ਹੈ ਉਸ ਦੀ ਗਰੋਥ ਹੋਈ। ਤਾਂ ਇਸ ਤਰ੍ਹਾਂ ਇੱਕ ਭਰਮ ਪੈਦਾ ਹੋ ਜਾਂਦਾ ਕਿ ਲੋਕਾਂ ਨੂੰ ਲੱਗਦਾ ਕਿ ਹਰ ਕਿਸੇ ਤੇ ਜੇ ਅਸੀਂ ਲਵਾਂਗੇ ਸਟੀਰਾਇਡ ਅਸੀਂ ਵੀ ਦਿਨਾਂ ਵਿੱਚ ਹੀ ਇੰਨਾ ਰਿਜ਼ਲਟ ਪ੍ਰਾਪਤ ਕਰ ਲਾਂਗੇ। ਪਰ ਉਸ ਤਰ੍ਹਾਂ ਦੇ ਜੋ ਲੋਕ ਆ ਉਹ 100 ਵਿੱਚੋਂ 2 ਜਾਂ 4 ਹੀ ਹੁੰਦੇ ਆ ਜਿਨ੍ਹਾਂ ਤੇ ਸਟੀਰਾਇਡ ਸੱਚਮੁੱਚ ਇੰਨਾ ਅਸਰ ਕਰਦਾ ਕਿ ਉਹ ਖੁਦ ਹੈਰਾਨ ਹੋ ਜਾਂਦੇ ਆ। ਤੇ ਸੱਚਮੁੱਚ ਇਸ ਤਰ੍ਹਾਂ ਦੇ ਲੋਕ ਹੈਗੇ ਕਿ ਉਹ ਬਹੁਤ ਹੀ ਥੋੜਾ ਸਟੀਰਾਇਡ ਲੈਣ ਤਾਂ
ਉਹ ਜੋ ਉਹਨਾਂ ਨੂੰ ਨਤੀਜੇ ਮਿਲਦੇ ਆ ਉਹ ਉਹਨਾਂ ਦੀ ਉਮੀਦ ਤੋਂ ਜ਼ਿਆਦਾ ਹੁੰਦੇ ਆ। ਪਰ ਮੈਂ ਤੇ ਬਾਈ ਰਤਨਦੀਪ ਜੇ ਸਟੀਰਾਇਡ ਲੈਂਦੇ ਆ ਤੇ ਜ਼ਿਆਦਾਤਰ ਲੋਕ ਇਸੇ ਤਰ੍ਹਾਂ ਦੇ ਹੁੰਦੇ ਆ ਤਾਂ ਜੋ ਨਤੀਜੇ ਆ ਉਹ ਉਮੀਦ ਤੋਂ ਬਹੁਤ ਬਹੁਤ ਘੱਟ ਹੁੰਦੇ ਆ। ਇੱਕ ਬਾਈ ਹੋਰ ਗੱਲ ਕਲੀਅਰ ਕਰਿਓ, ਜਿਹੜੀ ਸਟੀਰਾਇਡ ਹੈ ਕੀ ਕੋਈ ਦਵਾਈ ਹੁੰਦੀ ਹੈ, ਕਿਵੇਂ ਹੁੰਦਾ ਹੈ, ਕੀ ਫੰਡਾ ਕੀ ਹੈ ਇਹ? ਬਿਲਕੁਲ ਜੇ ਆਸਾਨ ਸ਼ਬਦਾਂ 'ਚ ਕਿਹਾ ਜਾਵੇ ਤਾਂ ਇੱਕ ਸਟੀਰਾਇਡ ਸਾਡੇ ਸਰੀਰ ਦੇ ਅੰਦਰ ਬਣਦਾ, ਉਹਨੂੰ ਟੈਸਟੋਸਟੀਰਨ ਕਿਹਾ ਜਾਂਦਾ। ਇੱਕ ਮਰਦ ਇਸ ਲਈ ਮਰਦਾ ਕਿਉਂਕਿ ਉਸ ਅੰਦਰ ਟੈਸਟੋਸਟੀਰਨ ਪੈਦਾ ਹੋ ਰਿਹਾ। ਜੇ ਇੱਕ ਔਰਤ ਦੇ ਸਰੀਰ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਟੈਸਟੋਸਟੀਰਨ ਜ਼ਿਆਦਾ ਬਣ ਲੱਗ ਜੇ ਤਾਂ ਉਹ ਵੀ ਮਰਦਾਂ ਦੀ ਤਰ੍ਹਾਂ ਦਿਸਣ ਲੱਗਦੀ ਹੈ, ਤਾਂ ਉਹ ਟੈਸਟੋਸਟੀਰਨ ਨੂੰ ਸਟੀਰਾਇਡ ਕਿਹਾ ਜਾਂਦਾ ਆਮ। ਜੇ ਤੁਸੀਂ ਮੈਡੀਕਲ ਦੀ ਭਾਸ਼ਾ 'ਚ ਸੁਣੋ ਤਾਂ ਉਹਨੂੰ ਸਟੀਰਾਇਡ ਹਾਰਮੋਨ ਹੀ ਕਹਿੰਦੇ ਆ। ਪਰ ਇੱਕ ਜੋ ਟੈਸਟੋਸਟੀਰਨ ਆ ਜਾਂ ਸਟੀਰਾਇਡ ਆ ਜਿਸ ਨੂੰ ਆਮ ਲੋਕਾਂ ਨੂੰ ਜਿਸ ਦਾ ਪਤਾ ਕਿ ਆਹ ਸਟੀਰਾਇਡ ਆ, ਉਹ ਉਸੇ ਟੈਸਟੋਸਟੀਰਨ ਦੀ ਨਕਲ ਹੁੰਦਾ ਜੋ ਕਿ ਮਨੁੱਖ ਬਣਾਉਂਦਾ। ਇੱਕ ਟੈਸਟੋਸਟੀਰਨ ਇੱਕ ਸਟੀਰਾਇਡ ਆ ਜੋ ਕੁਦਰਤੀ ਸਾਡੇ ਸਰੀਰ ਅੰਦਰ ਪੈਦਾ ਹੁੰਦਾ, ਇੱਕ ਟੈਸਟੋਸਟੀਰਨ ਇੱਕ ਸਟੀਰਾਇਡ ਉਹ ਆ ਜੋ ਮਨੁੱਖ ਲੈਬ ਵਿੱਚ ਬਣਾਉਂਦਾ। ਤਾਂ ਜੋ ਆਮ ਲੋਕੀ ਸਟੀਰਾਇਡ ਦਾ ਨਾਂ ਜਾਣਦੇ ਆ ਉਹ ਸਿਰਫ ਉਸ ਨੂੰ ਜਾਣਦੇ ਆ ਜੋ ਬਣਾਉਟੀ ਆ ਲੈਬ 'ਚ ਬਣਦਾ, ਜੋ ਲੈਬ ਵਿੱਚ ਬਣਾਇਆ ਜਾਂਦਾ। ਤੇ ਇਸ ਇੱਕ ਗੱਲ ਹੋਰ ਆ ਜੋ ਦੱਸਣਯੋਗ ਆ ਕਿ ਜੋ ਸਾਡੇ ਸਰੀਰ ਵਿੱਚ ਟੈਸਟੋਸਟੀਰਨ ਬਣਦਾ ਉਸ ਉੱਪਰ ਸਾਡੇ ਸਰੀਰ ਦਾ ਬੜਾ ਸਖਤ ਕੰਟਰੋਲ ਹੁੰਦਾ। ਉਸ ਤੋਂ ਇੱਕ ਬੂੰਦ ਵੀ ਜ਼ਿਆਦਾ ਟੈਸਟੋਸਟੀਰਨ ਨਹੀਂ ਬਣ ਸਕਦਾ, ਜ਼ਰੂਰਤ ਤੋਂ ਜ਼ਿਆਦਾ ਸਾਡਾ ਸਰੀਰ ਬਣ ਨਹੀਂ ਦਿੰਦਾ ਉਸ ਤੋਂ ਜ਼ਿਆਦਾ। ਪਰ ਜਦੋਂ ਅਸੀਂ ਟੀਕਿਆਂ ਰਾਹੀਂ ਜਾਂ ਗੋਲੀਆਂ ਰਾਹੀਂ ਬਣਾਉਟੀ ਲੈਬ ਵਾਲਾ ਟੈਸਟੋਸਟੀਰਨ ਲੈਂਦੇ ਆ ਤਾਂ ਫਿਰ ਸਾਡੀ ਮਰਜ਼ੀ ਹੋ ਜਾਂਦੀ ਹੈ ਕਿ ਅਸੀਂ ਕਿੰਨਾ ਸਟੀਰਾਇਡ ਲਈਏ। ਤਾਂ ਇਸ ਤਰ੍ਹਾਂ ਉਹਦੇ ਨਾਲ ਸਾਈਡ ਇਫੈਕਟ ਵੀ ਆਉਣ ਲੱਗਦੇ ਆ ਤੇ ਇਹੀ ਗੱਲ ਆ, ਇਸੇ ਕਾਰਨ ਸਟੀਰਾਇਡ ਨੂੰ ਮਾੜਾ ਸਮਝਿਆ ਜਾਂਦਾ। ਕਦੇ ਤੁਹਾਡੇ ਕੋਲੇ ਕੋਈ ਆਇਆਗਾ ਨੌਜਵਾਨ ਮੁੰਡਾ ਜਾਂ ਕੁੜੀ ਖਾਸ ਕਰਕੇ ਖੇਡਾਂ ਵਾਲੇ ਖੇਤਰ ਤੋਂ ਜਿਹਨੇ ਜ਼ਿਆਦਾ ਸਟੀਰਾਇਡ ਲਿਆ ਹੋਵੇ ਤੇ ਉਹ ਬਾਅਦ ਦੇ ਵਿੱਚ ਪਛਤਾਉਂਦਾ ਹੋਵੇ ਤਾਂ ਸਿੰਪਟਮਸ ਕੋਈ ਸਰੀਰ ਦੇ ਵਿੱਚ ਗਲਤ ਅਨਫਿਟ ਜਾਂ ਕੋਈ ਵੀ ਤਰ੍ਹਾਂ ਦਾ, ਫਿਰ ਕੀ ਕੀਤਾ ਤੁਸੀਂ? ਬਿਨਾਂ ਸ਼ੱਕ ਬਹੁਤ ਸਾਰੇ। ਇੱਕ ਨੌਜਵਾਨ ਸੀ ਪਿੰਡ, ਮੈਂ ਫਿਲਹਾਲ ਦੱਸ ਦਿੰਦਾ, ਪਿੰਡ ਸੀ ਉਹਦਾ ਮਾਣੂਕੇ ਜੀ। ਤਾਂ ਉਸ ਨੌਜਵਾਨ ਨੇ ਉਸ ਮੁੰਡੇ ਨੇ ਮੈਨੂੰ ਕਾਲ ਕੀਤੀ ਜੀ। ਤਾਂ ਉਹ ਆਤਮ ਹੱਤਿਆ ਕਰਨ ਦੇ ਉਹਦੇ ਮਨ 'ਚ ਖਿਆਲ ਆ ਰਹੇ ਸੀ। ਉਹ ਕਿਸੇ ਤਰ੍ਹਾਂ ਦਾ ਕੋਈ ਖਿਡਾਰੀ ਨਹੀਂ ਸੀ, ਕੁਛ ਨਹੀਂ ਸੀ, ਪਰ ਫਿਰ ਵੀ ਉਹਨੇ 1 ਸਾਲ ਇੰਨੇ ਜ਼ਬਰਦਸਤ ਤਕੜੇ ਸਟਰੋਂਗ ਸਟੀਰਾਇਡ ਲਏ ਸੀ ਕਿ ਜਿਹੜੇ ਪ੍ਰੋਫੈਸ਼ਨਲ ਖਿਡਾਰੀ ਵੀ ਨਹੀਂ ਲੈਂਦੇ। ਤਾਂ ਉਸ ਕਾਰਨ ਉਹਦਾ ਜਦੋਂ ਉਸਨੇ ਸਟੀਰਾਇਡ ਛੱਡਿਆ ਤਾਂ ਉਸ ਦਾ ਜੋ ਖੁਦ ਦਾ ਟੈਸਟੋਸਟੀਰਨ ਸੀ ਉਹ ਸ਼ਟ ਡਾਊਨ ਹੋ ਚੁੱਕਿਆ ਸੀ, ਬਣਨਾ ਬੰਦ ਹੋ ਚੁੱਕਿਆ ਸੀ। ਕਿਉਂਕਿ ਜਦੋਂ ਵੀ ਤੁਸੀਂ ਬਾਹਰ ਤੋਂ ਸਟੀਰਾਇਡ ਲੈਂਦੇ ਆ ਤਾਂ ਤੁਹਾਡਾ ਜੋ ਅੰਦਰ ਸਟੀਰਾਇਡ ਆ ਤੁਰੰਤ ਬਣਨਾ ਬੰਦ ਹੋ ਜਾਂਦਾ, ਕਿਉਂਕਿ ਬੋਡੀ ਨੂੰ ਲੱਗਦਾ ਕਿ ਮੈਨੂੰ ਬਾਹਰ ਤੋਂ ਮਿਲ ਰਿਹਾ, ਤਾਂ ਜੋ ਤੁਹਾਡੇ ਟੈਸਟੀਕਲ ਆ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ। ਤਾਂ ਉਹ ਮੁੰਡੇ ਨੇ 1 ਸਾਲ ਲਗਾਤਾਰ ਬਹੁਤ ਸਟਰੋਂਗ ਸਟੀਰਾਇਡ ਲਿਆ, ਜਿਸ ਕਾਰਨ ਉਹਦੇ ਜੋ ਟੈਸਟੀਕਲ ਆ ਉਹ ਬੰਦ ਹੋ ਗਏ, ਸੌਂ ਗਏ ਸੀ। ਤਾਂ ਸਟੀਰਾਇਡ ਛੱਡਣ ਤੇ ਉਸ ਵਿੱਚ ਡਿਪਰੈਸ਼ਨ, ਉਸ ਤੋਂ ਬਾਅਦ ਡਿਪਰੈਸ਼ਨ ਦਾ ਆਉਣਾ ਤੈਅ ਹੁੰਦਾ, ਨਾਮਰਦੀ ਤੈਅ ਹੁੰਦੀ ਹੈ, ਨੀਂਦ ਦਾ ਨਾ ਆਉਣਾ, ਹੋਰ ਬਹੁਤ ਸਾਰੇ ਜੋ ਬੁਰੇ ਪ੍ਰਭਾਵ ਆ ਜੋ ਸੋਚੇ ਵੀ ਨਹੀਂ ਜਾ ਸਕਦੇ ਤਾਂ ਉਸ ਨੌਜਵਾਨ ਉੱਤੇ ਸੀ। ਤੇ ਉਹ ਨੌਜਵਾਨ ਆਤਮ ਹੱਤਿਆ ਕਰਨਾ ਚਾਹੁੰਦਾ ਸੀ। ਤਾਂ ਮੇਰੇ ਨਾਲ ਉਸਨੇ ਸੰਪਰਕ ਕੀਤਾ ਤਾਂ ਮੈਂ ਉਹਨੂੰ ਇੱਕ ਬੜਾ ਆਸਾਨ ਟ੍ਰੇਨਿੰਗ ਪ੍ਰੋਗਰਾਮ ਆ ਉਹ ਦਿੱਤਾ, ਪਰ ਉਸ ਵਿੱਚ ਇਹ ਵੀ ਹਿੰਮਤ ਨਹੀਂ ਸੀ ਕਿ ਉਹ ਖਾਲੀ ਰੌਡ ਨਾਲ ਵੀ ਸੈੱਟ ਤੇ ਰੈਪਸ ਪੂਰੇ ਕਰ ਸਕੇ। ਤਾਂ ਮੈਨੂੰ ਉਸ ਨੂੰ ਮਨੋਵਿਗਿਆਨਕ ਤੌਰ ਤੇ ਵੀ ਤਿਆਰ ਕਰਨਾ ਪਿਆ। ਤਾਂ ਫਿਰ ਪਰ 3 ਮਹੀਨਿਆਂ ਦੇ ਵਿੱਚ ਉਹ ਇੰਨੀ ਡੈਡ ਲਿਫਟ ਲਾਉਣੀ ਸ਼ੁਰੂ ਕਰ ਦਿੱਤੀ ਉਸਨੇ ਜਿੰਨੀ ਕਿ ਉਹ ਸਟੀਰਾਇਡ ਨਾਲ ਲਾ ਰਿਹਾ ਸੀ। ਯਾਨੀ ਕਹਿਣ ਦਾ ਮਤਲਬ ਜੇ ਤੁਸੀਂ ਸਹੀ ਸਮੇਂ ਤੇ ਸਹੀ ਕੋਚ ਦੇ ਅੰਡਰ ਟ੍ਰੇਨਿੰਗ ਕਰਦੇ ਆ ਸਟੀਰਾਇਡ ਲੈਣ ਤੋਂ ਬਾਅਦ ਤਾਂ ਇਸ ਦੇ ਸਾਈਡ ਇਫੈਕਟ ਨੂੰ ਬਹੁਤ ਹੱਦ ਤੱਕ ਦੂਰ ਕੀਤਾ ਜਾ ਸਕਦਾ ਤੇ ਜੋ ਤੁਹਾਡੇ ਸਰੀਰ 'ਚ ਕਮੀਆਂ ਆਉਂਦੀਆਂ ਉਹਨਾਂ ਨੂੰ ਰਿਵਰਸ ਕੀਤਾ ਜਾ ਸਕਦਾ, ਉਹਨਾਂ ਨੂੰ ਜੋ ਦੂਰ ਕੀਤਾ ਜਾ ਸਕਦਾ ਤੇ ਗੁਣਾਂ ਨੂੰ ਰਿਵਰਸ ਕੀਤਾ ਜਾ ਸਕਦਾ। ਕਦੇ ਕੋਈ ਜੇ ਆਪਾਂ ਗੱਲ ਕਰ ਲਈਏ ਵੀ ਤੁਹਾਡੇ ਖਿੱਤੇ ਦੇ ਹੋਰ ਕੋਈ ਕੋਚ ਹੋਣ ਜਾਂ ਕੋਈ ਹੋਰ ਖਿਡਾਰੀ ਹੋਣ, ਉਹ ਵੀ ਬੜੇ ਆਉਂਦੇ ਹੋਣੇ ਤੁਹਾਡੇ ਕੋਲੇ ਫਿਰ? ਬਿਲਕੁਲ, ਇਹ ਮੈਂ ਜ਼ਿਆਦਾ ਜੋ ਲੋਕਾਂ ਨੂੰ ਟ੍ਰੇਨ ਕੀਤਾ ਉਹ ਡਾਕਟਰ ਨੇ, ਕੁਛ ਹੱਦ ਤੱਕ ਐਕਟਰ ਨੇ ਤੇ NRI ਨੇ। ਤਾਂ ਜ਼ਿਆਦਾਤਰ ਮੈਂ ਉਹਨਾਂ ਨੂੰ ਠੀਕ ਕਰਦਾ ਜਿਨ੍ਹਾਂ ਦਾ ਕੋਈ BP ਨਾਲ ਸੰਬੰਧਿਤ ਜਾਂ ਮੁਸ਼ਕਲ ਹੈ, ਸ਼ੂਗਰ ਨਾਲ ਜਾਂ ਕੋਲੈਸਟਰੋਲ ਨਾਲ ਸੰਬੰਧਿਤ। ਤੇ ਪਰ ਕਾਫੀ 100 ਵਿੱਚੋਂ 10 ਲੋਕ ਮੇਰੇ ਕੋਲ ਇਸ ਤਰ੍ਹਾਂ ਦੇ ਆਉਂਦੇ ਆ ਜਿਹੜੇ ਸਟੀਰਾਇਡ ਕਾਰਨ ਨਾਮਰਦ ਹੋ ਚੁੱਕੇ ਹੁੰਦੇ ਆ। ਤੇ ਉਹਨਾਂ ਦਾ ਜੋ ਠੀਕ ਹੋਣਾ ਬਹੁਤ ਆਸਾਨ ਹੁੰਦਾ, ਪਰ ਤੁਹਾਨੂੰ ਰਸਤਾ ਪਤਾ ਹੋਣਾ ਚਾਹੀਦਾ ਤੇ ਮੇਰੀ ਇਸ ਵਿੱਚ ਮੁਹਾਰਤ ਆ। ਕਿੰਨੇ ਕੁ ਟਾਈਮ 'ਚ
ਠੀਕ ਹੋ ਜਾਂਦਾ। ਜੇ ਕਿਸੇ ਨੇ, ਤੁਸੀਂ ਉਦਾਹਰਨ ਦੇ ਤੌਰ ਤੇ ਇੱਕ ਕੋਈ ਨੌਜਵਾਨ ਮੇਰੇ ਕੋਲੇ ਆਉਂਦਾ ਜੀ। ਤੇ ਉਸ ਨੇ 1 ਸਾਲ ਲਗਾਤਾਰ ਸਟੀਰਾਇਡ ਦਾ ਇਸਤੇਮਾਲ ਕੀਤਾ ਤੇ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਮੈਨੂੰ ਬੋਲਣੀ ਪੈਣੀ ਹੈ ਕਿ ਨਾਮਰਦ ਹੋ ਚੁੱਕਿਆ। ਇਸੇ ਤਰ੍ਹਾਂ ਹੀ ਹੁੰਦਾ ਤਾਂ ਉਸ ਨੂੰ ਪਹਿਲੇ 15 ਦਿਨਾਂ ਵਿੱਚ ਇਹ ਫੀਲ ਹੋਣ ਲੱਗੂਗਾ ਕਿ ਹਾਂ ਮੈਂ ਫੇਰ ਤੋਂ ਠੀਕ ਹੋ ਰਿਹਾ। ਉਸ ਅੰਦਰ ਟੈਸਟੋਸਟੀਰਨ, ਉਹੀ ਮਰਦਾਨਾ ਗੁਣ ਪਹਿਲੇ 15 ਦਿਨਾਂ ਵਿੱਚ ਫੀਲ ਹੋਣੇ ਸ਼ੁਰੂ ਹੋ ਜਾਣਗੇ। ਪਰ ਪੂਰੀ ਤਰ੍ਹਾਂ ਠੀਕ ਹੋਣ ਲਈ ਉਸ ਨੂੰ ਘੱਟ ਤੋਂ ਘੱਟ 3 ਮਹੀਨੇ ਲੱਗਣਗੇ ਤੇ ਜੋ ਉਸ ਦੇ ਸਪਰਮ ਕਾਊਂਟ ਆ ਉਸ ਦਾ ਸਹੀ ਲੈਵਲ ਉੱਤੇ ਆਉਣਾ ਕਈ ਵਾਰ 6 ਮਹੀਨੇ ਵੀ ਲਾ ਦਿੰਦਾ। ਪਰ ਜਿੰਨੀ ਜਲਦੀ ਤੁਸੀਂ ਸਟੀਰਾਇਡ ਛੱਡਣ ਤੋਂ ਬਾਅਦ ਕਿਸੇ ਚੰਗੇ ਕੋਚ ਦੇ ਅੰਡਰ ਟ੍ਰੇਨਿੰਗ ਐਕਸਰਸਾਈਜ਼ ਕਰਨੀ ਸ਼ੁਰੂ ਕਰਦੇ ਆ ਤਾਂ ਉਸ ਨੂੰ ਰਿਵਰਸ ਕਰਨਾ ਆਸਾਨ ਹੋ ਜਾਂਦਾ। ਜੇ ਸਟੀਰੋਇਡ ਗੁਰਪ੍ਰੀਤ ਬਾਈ ਸਹੀ ਮਾਤਰਾ ਚ ਲਏ ਜਾਣ, ਜਿਵੇਂ ਜਿਮ ਵਾਲੇ ਮੁੰਡੇ ਜਾਂ ਜਿਹੜੇ ਪਲੇਅਰ ਲੋਕ ਨੇ ਜਿਹੜੇ ਲੈਂਦੇ ਨੇ ਵੱਡੇ ਵੱਡੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਇਹ ਵਰਤਿਆ ਜਾਂਦਾ, ਫਿਰ ਤਾਂ ਕੋਈ ਇਹਦਾ ਬੁਰਾ ਪ੍ਰਭਾਵ ਨਹੀਂ। ਬਿਲਕੁਲ। ਜੇ ਕੋਈ ਮਨੁੱਖ ਸਟੀਰਾਇਡ ਲੈਂਦਾ ਤਾਂ ਉਸ ਨੂੰ 70 ਫਾਇਦੇ ਹੋਣਗੇ, ਪਰ ਜੇ ਸਹੀ ਢੰਗ ਨਾਲ ਲੈਂਦਾ ਅਤੇ ਉਸ ਨੂੰ 30 ਜੋ ਹੈ ਉਹ ਨੁਕਸਾਨ ਹੋਣਗੇ। ਜੇ ਉਹ ਚੰਗੇ ਮਾਹਰ ਬੰਦੇ ਦੇ ਅੰਡਰ ਸਟੀਰਾਇਡ ਲੈਂਦਾ ਤਾਂ ਉਹ 30 ਵਿੱਚੋਂ ਜੋ ਹੈਗੇ ਆ 15 ਜਾਂ 20 ਜੋ ਸਾਈਡ ਇਫੈਕਟ ਆ, ਬੁਰੇ ਪ੍ਰਭਾਵ ਆ, ਉਹਨਾਂ ਤੋਂ ਬਚਿਆ ਜਾ ਸਕਦਾ। ਪਰ ਫਿਰ ਵੀ ਜੋ 10 ਬੁਰੇ ਪ੍ਰਭਾਵ ਆ ਉਹਨਾਂ ਤੋਂ ਬਚਣਾ ਸੰਭਵ ਆ। ਪਰ ਜੋ ਸਾਡੇ ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ ਕਿ ਜੋ ਸਾਡੇ ਪ੍ਰੋਫੈਸ਼ਨਲ ਖਿਡਾਰੀ ਆ ਜਾਂ ਐਕਟਰ ਡਾਇਰੈਕਟਰ, ਖਿਡਾਰੀਆਂ ਦੀ ਉਦਾਹਰਨ ਹੀ ਚਲੋ ਲੈਂਦੇ ਆ ਕਿ ਜੇ ਉਹ ਸਟੀਰਾਇਡ ਲੈਂਦੇ ਆ ਤਾਂ ਉਹ ਕਿਸੇ ਤਰ੍ਹਾਂ ਦੀ ਬੇਈਮਾਨੀ ਨਹੀਂ ਕਰਦੇ। ਅਸਲ ਵਿੱਚ ਉਹਨਾਂ ਦੀ ਮਿਹਨਤ ਹੀ ਇੰਨੀ ਜ਼ਿਆਦਾ ਹੁੰਦੀ ਆ ਕਿ ਉਹਨਾਂ ਨੂੰ ਹੱਕ ਹੋ ਜਾਂਦਾ ਕਿ ਉਹ ਸਟੀਰਾਇਡ ਲੈਣ। ਤੇ ਉਹ ਸਟੀਰਾਇਡ ਲੈਂਦੇ ਆ। ਜਿਵੇਂ ਕਿ ਕਬੱਡੀ ਦੀ ਗੱਲ ਲੈਂਦੇ ਆ, ਕਬੱਡੀ ਬਹੁਤ ਬਦਨਾਮ ਆ ਸਟੀਰਾਇਡ ਲਈ, ਪਰ ਤੁਸੀਂ ਹੈਰਾਨ ਹੋਵੋਗੇ ਦੁਨੀਆ 'ਚ ਸਾਰਿਆਂ ਨੂੰ ਘੱਟ ਜੋ ਇਸਤੇਮਾਲ ਆ ਸਟੀਰਾਇਡ ਦਾ ਉਹ ਕਬੱਡੀ ਵਿੱਚ, ਕਿਉਂਕਿ ਕਬੱਡੀ ਵਿੱਚ 3 ਮਹੀਨੇ ਸਟੀਰਾਇਡ ਲਿਆ ਜਾਂਦਾ ਫਿਰ ਛੱਡ ਦਿੱਤਾ ਜਾਂਦਾ। ਪਰ ਕਬੱਡੀ 'ਚ ਇਹ ਵੀ ਆ ਕਿ ਜੇ ਸਹੀ ਢੰਗ ਨਾਲ ਵੇਟ ਟ੍ਰੇਨਿੰਗ ਕੀਤੀ ਜਾਂਦੀ ਤਾਂ ਸਟੀਰਾਇਡ ਦੀ ਜ਼ਰੂਰਤ ਵੀ ਨਹੀਂ। ਤੇ ਪਰ ਕੁਛ ਪ੍ਰੋਫੈਸ਼ਨਲ ਗੇਮਾਂ ਇੱਥੋਂ ਤੱਕ ਕਿ ਇੱਕ ਜੇ ਮੈਂ ਜੋ ਮਾਹਰ ਲੋਕਾਂ ਨਾਲ ਜੁੜਿਆ ਵਾਂ, ਜੋ ਬਾਹਰ ਕੋਚ ਹੈਗੇ ਮਹਾਨ ਕੋਚ, ਜੇ ਉਹਨਾਂ ਦੀ ਗੱਲ ਸੁਣੀਏ ਤਾਂ ਤੁਸੀਂ ਕਿਸੇ ਵੀ ਦੁਨੀਆ ਦੀ ਪ੍ਰੋਫੈਸ਼ਨਲ ਖੇਡ ਵਿੱਚ ਅੱਜ ਦੇ ਸਮੇਂ ਵਿੱਚ ਕੋਈ ਨੈਚੁਰਲ ਖਿਡਾਰੀ ਲੱਭ ਹੀ ਨਹੀਂ ਸਕਦੇ। ਬਿਨਾਂ ਸਟੀਰਾਇਡ ਤੋਂ ਕੋਈ ਵੀ ਖਿਡਾਰੀ ਮਿਲਣਾ ਅਸੰਭਵ ਹੈ। ਇੱਕ ਮੈਂ ਜਾਂਦੇ ਲਾਸਟ ਸਵਾਲ ਲੈਣਾ ਚਾਹੂੰ, ਜਿਹੜਾ ਇੱਕ ਸ਼ਬਦ ਆਉਂਦਾ ਵੀ ਉਹ ਵਾਸ਼ ਕਰਤੇ, ਉਹ ਕੀ ਚੀਜ਼ ਹੈ? ਇਸ ਤਰ੍ਹਾਂ ਦਾ ਇਹ ਵੀ ਬੜਾ ਵੱਡਾ ਵਹਿਮ ਹੈ। ਅਸਲ 'ਚ ਜੇ ਤੁਸੀਂ ਸਟੀਰਾਇਡ ਲੈਂਦੇ ਆ ਤਾਂ ਹਰ ਇੱਕ ਸਟੀਰਾਇਡ ਦੀ ਇੱਕ ਹਾਫ ਲਾਈਫ ਹੁੰਦੀ ਆ। ਹਰ ਦਵਾਈ ਦੀ ਇੱਕ ਹਾਫ ਲਾਈਫ ਹੁੰਦੀ ਆ। ਜਿਵੇਂ ਕਿ ਇੱਕ ਕੋਈ ਖਾਸ ਸਟੀਰਾਇਡ, ਜਿਵੇਂ ਕਿ ਤੁਸੀਂ ਕਹੋ ਟੈਸਟ, ਇਹਦਾ ਤੁਸੀਂ ਇੱਕ ਤਰ੍ਹਾਂ ਦਾ ਸਟੀਰਾਇਡ ਆ, ਟੈਸਟ ਆ, ਤੁਸੀਂ ਉਸ ਨੂੰ ਲਾਇਆ ਤਾਂ ਉਸ ਦੀ ਹਾਫ ਲਾਈਫ ਹੈ ਜੋ ਮਿਸਾਲ ਦੇ ਤੌਰ ਤੇ 15 ਦਿਨ ਅਸੀਂ ਸੋਚਦੇ ਹਾਂ। ਤੁਸੀਂ ਇੱਕ ਇੰਜੈਕਸ਼ਨ ਲਾਇਆ ਤਾਂ 15 ਦਿਨਾਂ ਬਾਅਦ ਤੁਹਾਡੇ ਸਰੀਰ ਵਿੱਚੋਂ ਉਹ ਅੱਧਾ ਜੋ ਉਹ ਬਾਹਰ ਨਿਕਲ ਜਾਵੇਗਾ ਤੇ ਅਗਲੇ 15 ਦਿਨਾਂ ਵਿੱਚ ਬਾਕੀ ਬਚਿਆ ਹੋਇਆ ਵੀ ਉਹ ਬਾਹਰ ਚਲਾ ਜਾਏਗਾ। ਤਾਂ ਦੁਨੀਆ ਵਿੱਚ ਕੋਈ ਵੀ ਤਰੀਕਾ ਨਹੀਂ ਗਾ ਕਿ ਅਸੀਂ ਉਸ ਨੂੰ 15 ਦਿਨਾਂ ਤੋਂ ਪਹਿਲਾਂ ਸਰੀਰ ਵਿੱਚੋਂ ਕੱਢ ਸਕੀਏ। ਤਾਂ ਇਸ ਤਰ੍ਹਾਂ ਜੋ ਵਾਸ਼ ਕਰਨਾ ਹੈ ਇਹ ਸਿਰਫ ਇੱਕ ਤਰ੍ਹਾਂ ਦਾ ਵਹਿਮ ਹੁੰਦਾ। ਕੀਤਾ ਸਿਰਫ ਇਹ ਜਾ ਸਕਦਾ ਕਿ ਜਦੋਂ ਤੁਹਾਡੇ ਸਰੀਰ ਵਿੱਚੋਂ ਉਹ ਜੋ ਟੈਸਟੋਸਟੀਰਨ ਆ ਜੋ ਤੁਸੀਂ ਲਾਇਆ ਉਹ ਆਪਣੇ ਆਪ ਬਾਹਰ ਚਲਾ ਗਿਆ ਤਾਂ ਤੁਹਾਡਾ ਜੋ ਟੈਸਟੀਕਲ ਆ ਉਹ ਸ਼ਟ ਡਾਊਨ ਹੋਇਆ, ਸੁੱਤੇ ਹੋਏ ਆ, ਤਾਂ ਉਸ ਨੂੰ ਉਹਨਾਂ ਨੂੰ ਜਗਾਉਣ ਲਈ ਤਾਂ ਕਿ ਤੁਹਾਡਾ ਜੋ ਕੁਦਰਤੀ ਟੈਸਟੋਸਟੀਰਨ ਆ ਉਹ ਜਲਦੀ ਪੈਦਾ ਹੋਵੇ ਤਾਂ ਕੁਛ ਟੈਕਨੀਕ ਹੁੰਦੀਆਂ, ਤਾਂ ਉਸ ਨੂੰ ਪੋਸਟ ਸਾਈਕਲ ਥੈਰੇਪੀ ਕਿਹਾ ਜਾਂਦਾ। ਤਾਂ ਉਸ ਨਾਲ ਤੁਸੀਂ ਜੋ ਸਾਈਡ ਇਫੈਕਟ ਆ ਥੋੜਾ ਜਲਦੀ ਉੱਭਰ ਸਕਦੇ ਆ ਇਹਦੇ ਸਾਈਡ ਇਫੈਕਟ ਤੋਂ। ਪਰ ਵਾਸ਼ ਨਾਂ ਦੀ ਕੋਈ ਵੀ ਚੀਜ਼ ਦੁਨੀਆ ਵਿੱਚ ਮੌਜੂਦ ਨਹੀਂ ਹੈ, ਅਜਿਹਾ ਕੋਈ ਵੀ ਟੈਕਨੀਕ ਨਹੀਂ ਗੀ। ਜੀ ਗੁਰਪ੍ਰੀਤ ਬਾਈ, ਤੁਸੀਂ ਸਮਾਂ ਤਾਂ ਤੁਹਾਡਾ ਧੰਨਵਾਦ। ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਅਗਲੇ ਹਫਤੇ ਆਪਾਂ ਫਿਰ ਦਰਸ਼ਕਾਂ ਨੂੰ ਕੋਈ ਨਵੀਂ ਚੀਜ਼ ਬਾਰੇ ਜਾਣੂ ਕਰਵਾਈਏ ਉਹਨਾਂ ਦੀ ਹੈਲਥ ਨਾਲ। ਸਟੀਰਾਇਡ ਨਾਲ ਖੁੱਲ ਕੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਸਾਈਡ ਇਫੈਕਟ ਤੇ ਸਾਈਡ ਇਫੈਕਟ ਦੋਨਾਂ ਬਾਰੇ ਸਾਡੇ ਨੌਜਵਾਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ। ਤਾਂ ਜੇ ਉਹ ਫੈਸਲਾ ਕਰਦੇ ਆ ਕਿ ਅਸੀਂ ਸਟੀਰਾਇਡ ਲੈਣਾ ਤਾਂ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਸ ਦੇ ਆਹ ਫਾਇਦੇ ਆ, ਆਹ ਨੁਕਸਾਨ ਆ, ਤਾਂ ਕਿ ਉਹ ਨੁਕਸਾਨਾਂ ਤੋਂ ਬਚਣ ਲਈ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਣ ਜੀ। ਤੇ ਉਹ ਇਹ ਫੈਸਲਾ ਕਰ ਸਕਣ ਕਿ ਇਸ ਦੇ ਜੋ ਇਹ ਫਾਇਦੇ ਆ, ਇਹ ਨੁਕਸਾਨ ਆ, ਕਿ ਇਹ ਸਾਡੀ ਜ਼ਿੰਦਗੀ ਜਾਂ ਸਾਡੀ ਗੇਮ ਨੂੰ ਜਾਂ ਸਾਡੇ ਜੋ ਸਾਡਾ ਪ੍ਰੋਫੈਸ਼ਨ ਆ ਉਸ ਨੂੰ ਅੱਗੇ ਵਧਾਉਣ 'ਚ ਮਦਦ ਕਰਦੇ ਆ ਤਾਂ ਉਹ ਲੈਣ।
ਤੇ ਜੇ ਉਹ ਇਸ ਨੂੰ ਇੱਕ ਬੱਚਿਆਂ ਦੀ ਖੇਡ ਸਮਝਦੇ ਆ ਕਿ ਪੰਜਾਬ ਵਿੱਚ ਸਸਤਾ ਸਟੀਰਾਇਡ ਮਿਲਦਾ ਚਲੋ ਲੈ ਲਓ, ਤਾਂ ਉਹ ਇਹ ਉਹਨਾਂ ਲਈ ਜਾਨਲੇਵਾ ਸਾਬਤ ਹੁੰਦਾ ਕਈ ਵਾਰੀ। ਤਾਂ ਇਹ ਬਹੁਤ ਜ਼ਰੂਰੀ ਹੈ ਇਸ ਤੇ ਚਰਚਾ ਹੋਣੀ। ਜੀ ਜੀ, ਧੰਨਵਾਦ ਬਾਈ। ਸੋ ਇਹ ਸੀ ਬਾਈ ਗੁਰਪ੍ਰੀਤ ਮੱਲੀ, ਜਿਹੜੇ ਹੈਲਥ ਗੁਰੂ ਨੇ। ਅੱਗੇ ਫਿਰ ਹਾਜ਼ਰ ਹੋਵਾਂਗੇ ਇਹਨਾਂ ਦੇ ਨਾਲ ਕੋਈ ਹੋਰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਗਈਆਂ, ਖਾਸ ਕਰਕੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਸਿਹਤ ਨਾਲ ਜੁੜੀਆਂ ਹੋਣਾ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਅਸੀਂ ਕਿਸ ਵਿਸ਼ੇ ਦੇ ਉੱਤੇ ਗੱਲਬਾਤ ਕਰੀਏ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।